ਮਡਿਆਕਰ ਨੇ ਜਾਂ ਲੋ ਮਡਿਆਕਰ ਨੇ, ਉਹਨਾਂ ਦਾ ਇਸ ਵੇਲੇ ਜਿਹੜਾ ਅਹਿਮ ਤਰੀਨ ਮਸਲਾ ਚੱਲ ਰਿਹਾ ਹੈ, ਅਸੀਂ ਅੱਜ ਉਸ ਮਸਲੇ ਨੂੰ ਡਿਸਕਸ ਕਰਨ ਦੀ ਕੋਸ਼ਿਸ਼ ਕਰਾਂਗੇ। ਇੱਕ ਤੇ ਨਾ ਜੀ ਇਸ ਕਾਂ ਨੇ ਬੜਾ ਖੱਜਲ ਕੀਤੇ ਹੈ, ਇਹ ਸੱਦੇ ਦੇਣ ਲੱਗ ਪੈਂਦਾ ਵੈ, ਆਪਣੇ ਖਾਣ ਜੋਗਾ ਹੁੰਦਾ ਨਹੀਂ। ਤੇ ਮਹਿਮਾਨ ਜਿਹੜੇ ਨੇ ਉਹ ਸ਼ਾਹ ਜੀ ਰੱਬ ਦੀ ਰਹਿਮਤ ਹੁੰਦੇ ਨੇ। ਮਹਿੰਗਾਈ ਇੰਨੀ ਹੈ ਕਿ ਇਹ ਜ਼ਹਿਮਤ ਬਣ ਜਾਂਦੇ ਜਿਸਲੇ ਹੋਵੇ ਕੁਝ ਨਾ ਖਾਣ ਨੂੰ, ਆਪਣੇ ਬੱਚਿਆਂ ਨੂੰ ਖਵਾਉਣ ਲਈ ਹੈ ਕੁਝ ਨਹੀਂ। ਇਹਦੇ ਚ ਕੋਈ ਹਕੀਕਤ ਨਹੀਂ ਕਿ ਕਾਂ ਬੋਲੇ ਤੇ ਤਾਂ ਹੀ ਜਿਹੜਾ ਨਾ ਮਹਿਮਾਨ ਆਂਦਾ ਵੇ। ਇਹਦੇ ਵਿੱਚ ਇਤਨੀ ਜ਼ਾਨਤ ਹੁੰਦੀ ਜੇ ਜਿਤਨੀ 7 ਸਾਲਾ ਬੱਚੇ ਵਿੱਚ ਜ਼ਾਨਤ ਹੁੰਦੀ ਜੇ। ਕੋਈ ਇਹਨ ਖੁਸ਼ਕਿਸਮਤੀ ਦੀ ਅਲਾਮਤ ਸਮਝਦਾ ਜੇ, ਕੋਈ ਇਹਨ ਬਦਕਿਸਮਤੀ ਦੀ ਅਲਾਮਤ ਸਮਝਦਾ ਜੇ। ਦਾਣਾ ਲਿਆਂਦਾ ਸਾ ਕੋਈ ਨਹੀਂ ਲਿਆਂਦਾ, ਹਰ ਦੁਕਾਨਦਾਰ ਦਾ ਵੱਖਰਾ ਵੱਖਰਾ ਰੇਟ ਹੈ। ਜ਼ਿਮੀਂਦਾਰ ਵੀ ਰੋਂਦਾ ਪਿਆ ਹੋਵੇ, ਲੈਣੇ ਵਾਲਾ ਵੀ ਮਰਦਾ ਪਿਆ ਹੋਵੇ, ਉਹ ਵੀ ਰੋਂਦਾ ਪਿਆ। ਇਹ ਫਾਇਦਾ ਕੌਣ ਚੁੱਕਦਾ ਪਿਆ, ਮੈਨੂੰ ਇਹ ਨਹੀਂ ਸਮਝ ਆਉਂਦੀ ਸ਼ਾਹ ਜੀ। ਇਸ ਹੱਦ ਤੱਕ ਮਹਿੰਗਾਈ ਕਿ ਹਰ ਬੰਦਾ ਜਿਹੜਾ ਹੈ ਉਹ ਨੱਕੋ ਨੱਕ ਹੋ ਗਿਆ, ਮਜਬੂਰ ਹੋ ਚੁੱਕਿਆ ਹੈ। ਇੱਕ ਐਸਾ ਅਹਿਮ ਤਰੀਨ ਇਸ ਵੇਲੇ ਮਸਲਾ ਵੇ, ਕਿਹਨਾਂ ਦਾ? ਗਰੀਬ ਲੋਕਾਂ ਦਾ, ਮਤਵਸਤ ਲੋਕਾਂ ਦਾ। ਯਾਨੀ ਉਹ ਲੋਕ ਜਿਹੜੇ ਗਰੀਬ ਨੇ ਜਾਂ ਗੁਰਬਤ ਤੋਂ ਵੀ ਥੱਲੇ ਵਾਲੀ ਸਤਹ ਤੇ ਨੇ, ਜਾਂ ਮਤਵਸਤ ਨੇ ਯਾਨੀ ਮਡਿਆਕਰ ਨੇ ਜਾਂ ਲੋ ਮਡਿਆਕਰ ਨੇ, ਉਹਨਾਂ ਦਾ ਇਸ ਵੇਲੇ ਜਿਹੜਾ ਅਹਿਮ ਤਰੀਨ ਮਸਲਾ ਚੱਲ ਰਿਹਾ ਹੈ, ਅਸੀਂ ਅੱਜ ਉਸ ਮਸਲੇ ਨੂੰ ਡਿਸਕਸ ਕਰਨ ਦੀ ਕੋਸ਼ਿਸ਼ ਕਰਾਂਗੇ। ਲਿਹਾਜ਼ਾ ਵਲਾਗਸ ਦੇ ਆਖਰ ਤੱਕ ਮੇਰੇ ਤੇ ਸ਼ਾਹ ਸਾਹਿਬ ਦੇ ਨਾਲ ਰਹਿਣਾ। ਅਸਲਾਮ ਵਾਲੇਕੁਮ ਦੋਸਤੋ, ਵਲਾਗਸ ਆਪ ਵੜੈਚ ਵਿੱਚ ਖੁਸ਼ ਆਮਦੀਦ। ਸੁਣਾਓ ਤੁਹਾਡਾ ਕੀ ਹਾਲ ਹੈ? ਠੀਕ ਹੋ, ਖੁਸ਼ ਹੋ, ਰਾਜ਼ੀ ਹੋ? ਅੱਲਾਹ ਤਾਲਾ ਦੇ ਹਜ਼ੂਰ ਦੁਆ ਹੈ ਕਿ ਅੱਲਾਹ ਪਾਕ ਤੁਹਾਨੂੰ ਖੁਸ਼ ਰੱਖੇ, ਸਲਾਮਤ ਰੱਖੇ, ਆਪਣੇ हिफ्ज़ो ईमान ਚ ਰੱਖੇ, ਆਮੀਨ। ਇੱਕ ਤੇ ਨਾ ਜੀ ਇਸ ਕਾਂ ਨੇ ਬੜਾ ਖੱਜਲ ਕੀਤੇ ਹੈ, ਬਾਰ ਬਾਰ ਬੋਲਦਾ ਪਿਆ, ਬਾਰ ਬਾਰ ਬੋਲਦਾ ਪਿਆ ਤੇ ਸਾਨੂੰ ਹੋਰ ਕੋਈ ਕੰਮ ਵੀ ਨਹੀਂ ਕਰਨ ਦਿੰਦਾ ਪਿਆ। ਜਿਸ ਵਕਤ ਮਤਲਬ ਅਸੀਂ ਆਪਣਾ ਕੋਈ ਸਿਲਸਿਲਾ ਸ਼ੁਰੂ ਕਰਨ ਲੱਗਨੇ ਆ, ਬੋਲਣ ਲੱਗਨੇ ਆ, ਇਹ ਬੋਲਣ ਲੱਗ ਜਾਂਦਾ ਵਿੱਚ। ਅੱਗੇ ਮਹਿੰਗਾਈ ਬੜੀ ਹੈ ਤੇ ਇਹ ਸੱਦੇ ਦੇਣ ਲੱਗ ਪੈਂਦਾ ਵੈ, ਆਪਣੇ ਖਾਣ ਜੋਗਾ ਹੁੰਦਾ ਨਹੀਂ। ਮੇਥੀ ਬਣੀ ਹੈ ਵੈ, ਕਾਂ ਬੋਲੇ ਤੇ ਮਹਿਮਾਨ ਆਉਂਦੇ ਨੇ, ਤੇ ਜੇ ਇਹ ਗੱਲ ਮੰਨ ਵੀ ਲਵੀਏ ਤੇ ਮਹਿਮਾਨ ਜਿਹੜੇ ਨੇ ਉਹ ਸ਼ਾਹ ਜੀ ਰੱਬ ਦੀ ਰਹਿਮਤ ਹੁੰਦੇ ਨੇ। ਯਾਰ ਸਾਨੂੰ ਨਹੀਂ ਪਤਾ ਰਹਿਮਤ ਹੁੰਦੇ ਨੇ। ਉਹ ਬਾਅਦ ਮਹਿੰਗਾਈ ਇੰਨੀ ਹੈ ਕਿ ਇਹ ਜ਼ਹਿਮਤ ਬਣ ਜਾਂਦੇ ਜਿਸਲੇ ਹੋਵੇ ਕੁਝ ਨਾ ਖਾਣ ਨੂੰ, ਆਪਣੇ ਬੱਚਿਆਂ ਨੂੰ ਖਵਾਉਣ ਲਈ ਹੈ ਕੁਝ ਨਹੀਂ। ਉਦੋਂ ਜੀ 20,000 ਰੁਪਇਆ ਮਹੀਨੇ ਦਾ ਉਹ ਬੰਦਾ ਵਿਚਾਰਾ ਲੈਣ ਦੇਣ, ਦਿਹਾੜੀ ਦੁੜੀਆਂ ਲਾ ਕੇ, ਉਧਰੋਂ ਬਿਜਲੀ ਦਾ ਬਿੱਲ, ਉਧਰੋਂ ਗੈਸ ਦਾ ਬਿੱਲ। ਇਹ ਰਹਿਮਤ ਹੁੰਦੇ ਨੇ ਜੀ, ਰਹਿਮਤ ਹੁੰਦੇ ਨੇ ਮਹਿਮਾਨ, ਰਹਿਮਤ ਹੀ ਹੁੰਦੇ ਨੇ। ਸਰ ਜੀ ਸਾਰਾ ਪਤਾ ਹੈ ਕਿ ਰਹਿਮਤ ਹੁੰਦੇ ਨੇ, ਰਹਿਮਤ ਬਣ ਜਾਂਦੇ ਜੀ। ਹੁਕਮਰਾਨਾਂ ਨੂੰ ਵੇਖ ਲਓ, ਇਹਨਾਂ ਨੂੰ ਕਿਸੇ ਗਰੀਬ ਦਾ ਖਿਆਲ ਹੀ ਕੋਈ ਨਹੀਂ ਹੈ। ਦਾਲ ਲੈਣ ਜਾਓ, ਛੋਲਿਆਂ ਦੀ 400 ਰੁਪਏ ਕਿਲੋ, ਕੱਦੂ ਲੈਣ ਜਾਓ 400 ਰੁਪਏ ਕਿਲੋ। ਉਹ ਆਲੂ ਨਹੀਂ ਯਾਰ ਕੋਈ ਪੁੱਛਦਾ ਨਹੀਂ ਸੀ ਹੁੰਦਾ, ਇਹ ਵੀ 100 ਰੁਪਏ ਕਿਲੋ ਹੈ। तो सर जी इस मुल्क का कुछ नहीं बन सकता। शाह जी परेशान ना होया करो, परेशान ना होया करो। मेहमान जिहड़े होंदे ने ना, ये रब दी रहमत होंदे ने। अवल तो ये मिथ है, जरूरी नहीं मैं ਕਾਂ बोले तो मेहमान आने ने, ते जे अगर ये यकीन कर भी लवीए तो मेहमान जिहड़े ने वो रब दी रहमत होंदे ने। मेहमान नवाजी करनी चाहिए। अपनी सतह ते तुसी सच्चे हो ते साढ़े हुक्मराना नूं ये सोचना चाहिए, ये सोचना चाहिए कि जिस वक्त बंदा इस हद तक सोचने ते मजबूर हो जाए कि मेरे हाल मेहमान भी ना आवे सिर्फ महंगाई की वजह तो, क्योंकि एक दिहाड़ीदार बंदा जिहड़ा बमुश्किल 1000 1.5 2000 की दिहाड़ लांदा है, फिर दिहाड़ियां मिस होंदियां ने, उहदे विचों वो महीने का 25,000 30,000 रुपया कमांदा है, उहदे चों गैस का बिल दिंदा है, बिजली का बिल दिंदा है, तो बिजली का बिल 8-10 हज़ार तो घट तो हो ही नहीं सकता। ਤੇ ਉਹ ਬੰਦਾ ਫਿਰ ਆਪਣੇ ਬੱਚਿਆਂ ਨੂੰ ਕਿੱਥੋਂ ਖਵਾਵੇ? ਤੇ ਫਿਰ ਸੋਚ ਵਾਕਈ ਹੀ ਪੈਦਾ ਹੋ ਜਾਂਦੀ ਹੈ ਜਿਹੜੀ ਉਹ ਸ਼ਾਹ ਸਾਹਿਬ ਦੀ ਸੋਚ ਹੈ। ਲਿਹਾਜ਼ਾ ਸਾਡੇ ਹੁਕਮਰਾਨਾਂ ਨੂੰ ਇਸ ਬਾਰੇ ਸੋਚਣਾ ਚਾਹੀਦਾ ਹੈ ਕਿ ਮਹਿੰਗਾਈ ਨੂੰ ਕਿਸ ਤਰ੍ਹਾਂ ਕੰਟਰੋਲ ਕਰਨਾ ਹੈ। ਅਗਰ ਮਹਿੰਗਾਈ ਨੂੰ ਇਸ ਤਰ੍ਹਾਂ ਕੰਟਰੋਲ ਨਾ ਕੀਤਾ ਗਿਆ ਤੇ ਫਿਰ ਜਿਹੜੀ ਸੋਚ ਅੱਜ ਸ਼ਾਹ ਆਂਦੀ ਹੈ, ਇਹ ਸੋਚ ਕਿਧਰੇ ਸਾਰੀ ਕੌਮ ਦੀ ਨਾ ਬਣ ਜਾਏ। ਇੱਥੇ ਮੈਂ ਇੱਕ ਗੱਲ ਥੋੜੀ ਜਿਹੀ ਕਲੀਅਰ ਕਰਨੀ ਹੈ ਕਿ ਜਿਹੜਾ ਬਾਰ-ਬਾਰ ਸ਼ਾਹ ਸਾਹਿਬ ਜਿਹੜੇ ਕਾਂ ਦੀ ਗੱਲ ਕਰਦੇ ਨੇ ਨਾ, ਜਿਹੜਾ ਇੱਕ ਮਿਥ ਮਸ਼ਹੂਰ ਹੈ ਕਿ ਕਾਂ ਜਿਹੜਾ ਹੈ ਉਹ ਜਿਸ ਵੇਲੇ ਬੋਲ ਪਵੇ ਬਨੇਰੇ ਉੱਤੇ ਤੇ ਇਹਦਾ ਮਤਲਬ ਹੈ ਮਹਿਮਾਨ ਆ ਜਾਂਦਾ ਹੈ। ਅੱਜ ਤੇ ਵਾਕਈ ਵਲਾਗ ਦੇ ਵਿੱਚ ਕਾਂ ਨੇ ਤੰਗ ਵੀ ਬੜਾ ਕੀਤਾ ਹੈ ਤੇ ਸ਼ਾਹਰਾਂ ਦਾ ਉਸ ਪਾਸੇ ਫਿਰ ਸਿਲਸਿਲਾ ਟੁਰ ਗਿਆ। ਤੇ ਉਹਦੇ ਬਾਰੇ 'ਚ ਮੈਂ ਦੱਸ ਦਿਆਂ ਕਿ ਇਹ ਮਿਥ ਹੈ,
ਇਹ ਮਿੱਥ ਇਹਦੇ ਵਿੱਚ ਇੱਕ ਅੱਗੇ ਕਾਂ ਦੇ ਬਾਰੇ 'ਚ ਕੋਈ ਮੈਂ 15-16 ਮਿੰਟ ਦਾ ਵਿਲਾਗ ਵੀ ਤੁਹਾਨੂੰ ਦੇ ਚੁੱਕਿਆ। ਇਹ ਮਹਿਜ਼ ਮਿੱਥ ਹੈ, ਇਹਦੇ 'ਚ ਕੋਈ ਹਕੀਕਤ ਨਹੀਂ ਕਿ ਕਾਂ ਬੋਲੇ ਤੇ ਤਾਂ ਹੀ ਜਿਹੜਾ ਨਾ ਮਹਿਮਾਨ ਆਂਦਾ ਵੇ। ਹਾਂ ਇੱਕ ਜ਼ਰੂਰ ਹੈ ਕਿ ਕਾਂ ਇੱਕ ਜ਼ਹੀਨ ਪਰਿੰਦਾ ਹੈ ਔਰ ਇਹਦੇ ਵਿੱਚ ਇਤਨੀ ਜ਼ਾਨਤ ਹੁੰਦੀ ਜੇ ਜਿਤਨੀ 7 ਸਾਲਾ ਬੱਚੇ ਵਿੱਚ ਜ਼ਾਨਤ ਹੁੰਦੀ ਜੇ। ਔਰ ਫਿਰ ਇਹ ਸਿਰਫ ਇਹਦੇ ਬਾਰੇ 'ਚ ਮਿੱਥ ਜਾਂ ਇਹ ਗੱਲ ਜਿਹੜੀ ਹੈ ਪਾਕਿਸਤਾਨ 'ਚ ਮਸ਼ਹੂਰ ਨਹੀਂ ਜੇ ਜਾਂ ਸਾਡੇ ਪਿੰਡਾਂ 'ਚ ਨਹੀਂ ਜੇ ਮਸ਼ਹੂਰ ਹੈ, ਇਹ ਗੱਲ ਪੂਰੀ ਦੁਨੀਆ 'ਚ ਮਸ਼ਹੂਰ ਸੇ। ਕੋਈ ਇਹਨੂੰ ਖੁਸ਼ਕਿਸਮਤੀ ਦੀ ਅਲਾਮਤ ਸਮਝਦਾ ਜੇ, ਕੋਈ ਇਹਨੂੰ ਬਦਕਿਸਮਤੀ ਦੀ ਅਲਾਮਤ ਸਮਝਦਾ ਜੇ, ਤੇ ਕਿਸਮਾਂ ਵੀ ਇਹਦੀਆਂ ਢੇਰ ਸਾਰੀਆਂ ਜੇ। 4 ਕਿਸਮਾਂ ਜਿਹੜੀਆਂ ਨੇ ਉਹ ਜ਼ਿਆਦਾਤਰ ਮਸ਼ਹੂਰ ਨੇ। ਕਿਉਂਕਿ ਮੈਂ ਉਹ ਅੱਗੇ ਆਲਰੇਡੀ ਇਹਦੇ ਬਾਰੇ 'ਚ ਵਿਲਾਗ ਦੇ ਚੁੱਕਿਆ ਤੇ ਮੈਂ ਉਹ ਤੁਸੀਂ ਅਗਰ ਵਿਲਾਗ ਵੇਖਣਾ ਹੋਇਆ ਤਾਂ ਉਹਦਾ ਲਿੰਕ ਜਿਹੜਾ ਮੈਂ ਥੱਲੇ ਦੇ ਦਿਆਂਗਾ। ਮਜ਼ੀਦ ਡਿਸਕਸ ਨਹੀਂ ਮੈਂ ਉਹਦੇ ਬਾਰੇ 'ਚ ਕਰਦਾ, ਲੇਕਿਨ ਇੱਕ ਚੀਜ਼ ਜਿਹੜੀ ਹੈ ਨਾ ਅਸਲ 'ਚ ਮੈਂ ਜਿਹੜੀ ਦੱਸਣਾ ਚਾਹੁੰਦਾ ਸਾਂ ਉਹ ਹੈ ਕਿ ਇਹਦੇ 'ਚ ਰਿਐਲਿਟੀ ਕੋਈ ਨਹੀਂ, ਇਹ ਇੱਕ ਮਿੱਥ ਹੈ। ਉਹ ਸਾਡੇ ਪੁਰਾਣੇ ਜ਼ਮਾਨੇ ਦੇ ਬੰਦੇ ਜਿਹੜੇ ਨੂੰ ਆਂਦੇ ਦਿਲੋਂ ਬਨੇਰੇ ਤੇ ਕਾਂ ਬੋਲ ਗਿਆ, ਮਹਿਮਾਨ ਆ ਗਿਆ, ਐਸੀ ਗੱਲ ਨਹੀਂ ਹੁੰਦੀ। ਓਏ ਸ਼ਾਹ ਜੀ, ਜੇ ਸਾਡਾ ਕੋਈ ਆਪਣਾ ਰੋਣਾ ਮੁੱਕ ਗਿਆ ਹੋਵੇ, ਇਹ ਕਾਂ ਆਇਆ, ਇਹ ਸਾਨੂੰ ਨਵਾਂ ਵਕਤ ਪਾ ਚੜਿਆ ਤੇ ਤੁਸੀਂ ਜਿਉਂ ਸ਼ੁਰੂ ਹੋਏ ਹੋਵੇ, ਮਹਿੰਗਾਈ ਤੇ ਆਇਓ ਤੁਸੀਂ ਵੀ, ਸੱਚੇ ਕੀ ਕਰੀਏ। ਤੇ ਇਹ ਦੱਸੋ ਦਾਣਾ ਲਿਆਂਦਾ ਸਾ ਕੋਈ ਨਹੀਂ ਲਿਆਂਦਾ? ਉਹ ਜੀ ਦਾਣਾ ਤੇ ਲਿਆਂਦਾ, ਉਹ ਮੈਂ ਤੁਹਾਨੂੰ ਹਿਸਾਬ ਕਿਤਾਬ ਵੀ ਨਹੀਂ ਦਿੱਤਾ, ਉਹ ਬੜਾ ਮਹਿੰਗਾ ਲੈ ਆਂਦਾ ਸਾ ਨਾ। ਹਿਸਾਬ ਕਿਤਾਬ ਦੀ ਬਾਅਦ ਚ ਗੱਲ ਕਰ ਲੈਂਦੇ ਆ। ਜਿਹੜਾ ਦਾਣਾ ਹੁਣ ਪਾਣਾ ਹੈ ਨਾ, ਉਹ ਮੇਰੇ ਖਿਆਲ ਚ ਕੱਲ ਆ ਵੀ ਪਿਆਂਦੇ ਸਭਾ ਦਾਣਾ ਕੱਲ ਖਤਮ ਹੋ ਗਿਆ ਤੇ ਮੈਨੂੰ ਤਾਂ ਜ਼ਿਹਨ ਚ ਹੈ ਬੋਸਲ ਤੁਹਾਨੂੰ ਮੈਂ ਕਿਸੇ ਦਾਣਾ ਲੈ ਵੇ ਹਜੇ ਤੇ ਤਾਂ ਕਿ ਸਵੇਰੇ ਪਾਣਾ ਹੈ। ਤੇ ਅੱਛਾ ਹੁਣ ਇਹਦਾ ਮਤਲਬ ਦਾਣਾ ਹੈ ਵੇ, ਸਿਰਫ ਤਿਆਰ ਕਰਨਾ। ਕੀ ਹੋ ਗਿਆ? ਬੜਾ ਹੋ ਗਿਆ। ਕਿਉਂ ਕੀ ਹੋਇਆ? ਉਹ ਬਾਅਦ ਚ ਸੂਰਜਮੁਖੀ ਹੈ 400 रुपये, चीना 300, कंगनी 400, वो अपना चने के चने वो 280 रुपये, 300 रुपये। हर दुकानदार का वखरा वखरा रेट है। बाजरा की रेट लाया ने? बाजरा 130 रुपये। हिसाब ला लो शाह जी, की गल करिए हुण। ये जड़ियां शइयां तुसां गिणियां ने, ये शइयां बाजरा हो गया, मकई हो गई, चनी हो गई, ਇਹ ਜਿਹੜੀ ਅਸੀਂ ਕਬੂਤਰਾਂ ਨੂੰ ਮਿਕਸ ਕਰਕੇ ਪਾਉਂਦੇ ਹਾਂ, ਜਾਂ ਫਿਰ ਦੂਜੇ ਬਰਡਸ ਦਾ ਹੋ ਗਿਆ, ਕੰਗਣੀ ਹੋ ਗਈ, ਉਸ ਤੋਂ ਬਾਅਦ ਚੀਨਾ ਹੋ ਗਿਆ, ਬਾਜਰਾ ਹੋ ਗਿਆ, ਸੂਰਜਮੁਖੀ ਦੇ ਬੀਂ ਹੋ ਗਏ। ਅਸੀਂ ਸ਼ੁਰੂ ਤੋਂ ਇਹੀ ਪਾਉਂਦੇ ਆ ਰਹੇ ਹਾਂ ਇਹਨਾਂ ਨੂੰ ਮਿਕਸ ਕਰਕੇ। ਪਹਿਲੇ ਇਹਨਾਂ ਦਾ ਰੇਟ ਕੀ ਹੁੰਦਾ ਸੀ, ਹੁਣ ਰੇਟ ਹੈ ਜਿਹੜਾ ਅੱਜ ਦਾ ਤੁਸੀਂ ਪੈ ਦੱਸ ਦਿਓ ਇਹ ਹੋਰ ਚੜ ਗਿਆ। ਫਿਰ ਨਵੀਂ ਗੱਲ ਪੈ ਦੱਸ ਦਿਓ, ਬਾਹਰ ਦੁਕਾਨਦਾਰ ਦਾ ਇੱਕ ਵੱਖਰਾ ਰੇਟ ਹੈ। ਕਿਉਂਕਿ ਲਿਆਉਂਦੇ ਤੁਸੀਂ ਉਹ ਹਰ ਵਾਰੀ ਤੇ ਮੈਂ ਤਾਂ ਫਿਰ ਉਹ ਮੈਨੂੰ ਪਤਾ ਹੀ ਨਹੀਂ ਹੁੰਦਾ ਇਤਨਾ ਵੀ ਕੀ ਹੋ ਤੇ ਕੀ ਨਹੀਂ। ਹਿਸਾਬ ਹੀ ਲਾ ਲਓ ਕਿ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਇਹ ਜ਼ਿਮੀਦਾਰ ਦੀਆਂ ਨੇ। ਇਹ ਕਿਹਦੀਆਂ ਪੈਦਾ ਕਰਦਾ ਨੇ? ਇਹ ਜ਼ਿਮੀਦਾਰ ਦੀਆਂ ਨੇ। ਸਬਜ਼ੀਆਂ ਕਿਹਦੀਆਂ ਨੇ? ਜ਼ਿਮੀਦਾਰ ਦੀਆਂ ਨੇ। ਉਸ ਤੋਂ ਬਾਅਦ ਦਾਲਾਂ ਕਿਹਦੀਆਂ ਨੇ? ਜ਼ਿਮੀਦਾਰ ਦੀਆਂ ਨੇ। ਕਣਕ ਕਿਹਦੀ ਹੈ ਜਿਹੜਾ ਅਸੀਂ ਆਟਾ ਖਾਂਦੇ ਹਾਂ? ਜ਼ਿਮੀਦਾਰ ਦਾ। ਉਸ ਤੋਂ ਬਾਅਦ ਚਾਵਲ ਅਸੀਂ ਜਿਹੜੇ ਖਾਂਦੇ ਹਾਂ, ਜਿਹੜੀ ਹੁਣ ਮੁੰਜੀ ਲੱਗਦੀ ਹੈ ਪਈ, ਇਹ ਕਿਹਦੀ ਹੈ? ਜ਼ਿਮੀਦਾਰ ਦੀ। ਤੇ ਜ਼ਿਮੀਦਾਰ ਵੀ ਰੋਂਦਾ ਕਿ ਮੈਂ 12,000 रुपए ਤੋਂ ਬੋਰੀ ਖਾਦ ਪਿਆ ਲੈਣਾ ਤੇ ਪਾਣਾ ਪਿਆ, ਮੈਨੂੰ ਬਚਦਾ ਕੁਝ ਨਹੀਂ ਪਿਆ। ਉਹ ਵੀ ਰੋਂਦਾ ਹੈ। ਔਰ ਮੈਂ ਆਪ ਅੱਛੀ ਤਰ੍ਹਾਂ ਗਵਾਹ ਹਾਂ ਕਿ ਇਹ ਬਾਜਰਾ ਜਿਹੜਾ ਵਿਕਿਆ ਸੀ ਨਾ ਜ਼ਿਮੀਦਾਰ ਦਾ, ਇਹ 55-60 रुपए ਕਿਲੋ ਦੇ ਹਿਸਾਬ ਨਾਲ ਪਾਉਂਦਾ, ਯਾਨੀ ਮਣ ਦੀ ਤੁਸੀਂ ਆਪ ਐਵਰੇਜ ਕੱਢ ਲਓ, ਗੱਟੂ ਦੀ ਆਪ ਕੱਢ ਲਓ, ਤੇ ਹੁਣ 130 रुपये ਵਿਕਦਾ ਪਿਆ। ਜ਼ਿਮੀਦਾਰ ਵੀ ਰੋਂਦਾ ਪਿਆ ਹੋਵੇ, ਲੈਣੇ ਵਾਲਾ ਵੀ ਮਰਦਾ ਪਿਆ ਹੋਵੇ, ਉਹ ਵੀ ਰੋਂਦਾ ਪਿਆ। ਇਹ ਫਾਇਦਾ ਕੌਣ ਚੁੱਕਦਾ ਪਿਆ? ਮੈਨੂੰ ਇਹ ਨਹੀਂ ਸਮਝ ਆਉਂਦੀ ਸ਼ਾਹ ਜੀ, ਬਈ ਫਾਇਦਾ ਕੌਣ ਚੁੱਕਦਾ ਪਿਆ ਹੈ? ਤੇ ਇਹ ਜ਼ਿਆਦਤੀ ਇਤਨੀ ਮਹਿੰਗਾਈ ਜਿਹੜੀ ਇਹਦੇ ਵਿੱਚ ਬੰਦਾ ਕਿੱਕਣ ਗੁਜ਼ਾਰਾ ਕਰੇ। ਚਲੋ ਸਾਡਾ ਤੇ ਸ਼ੌਕ ਆਣਾ ਤੇ ਜਿਹੜੇ ਖਾਂਦੇ, ਜਿਹਨਾਂ ਖਾਣਾ ਹੈ, ਜਿਹੜੀਆਂ ਸਬਜ਼ੀ ਹੈ, ਉਹ ਕਿਹੜੇ ਪਾਸੇ ਜਾਣ? ਅਸਲ ਜੀ ਜਿਹੜੀ ਇਹ ਚੀਜ਼ਾਂ ਸਟਾਕ ਕਰਦੇ ਨਾ ਲੋਕ, ਅਸਲ ਕਮਾਈ ਉਹ ਖਾ ਜਾਂਦਾ। ਹਾਂ ਬਿਲਕੁਲ। ਚੁਆਨੀ ਲਾ ਕੇ ਉਹ ਵੀ ਕਹਿੰਦਾ ਮੈਂ ਜੀ 100 रुपया 100 रुपया ਕਮਾਵਾਂ, ਚੁਆਨੀ ਦਾ ਰੁਪਈਆ ਤਾਂ ਮੈਂ ਲਾਜ਼ਮੀ ਕਮਾਵਾਂ। ਯਾਨੀ ਮਰਨਾ ਤੇ ਕਹਿ ਮਰਨਾ, ਇੱਕ ਮਰਨਾ ਮਜ਼ਦੂਰ ਤੇ ਦੂਜਾ ਮਰਨਾ ਤਨਖਾਹਦਾਰ ਤੇ ਤੀਜਾ ਮਰਨਾ ਜ਼ਿਮੀਦਾਰ। ਦੋਸਤੋ ਅੱਜ ਦੇ ਵਲਾਗ ਦੇ ਵਿੱਚ ਇੱਕ ਐਸਾ ਮਸਲਾ ਡਿਸਕਸ ਹੋਇਆ ਹੈ ਜਿਹੜਾ ਇਸ ਵੇਲੇ ਪਾਕਿਸਤਾਨ ਦੇ ਵਿੱਚ ਮੜਿਆਕਰ, ਲੋ ਮੜਿਆਕਰ ਤੇ ਗਰੀਬ ਲੋਕਾਂ ਦਾ ਅਹਿਮ ਤਰੀਨ ਮਸਲਾ ਹੈ, ਯਾਨੀ ਮਹਿੰਗਾਈ। ਔਰ ਇਸ ਹੱਦ ਤੱਕ ਮਹਿੰਗਾਈ ਕਿ ਹਰ ਬੰਦਾ ਜਿਹੜਾ ਹੈ ਉਹ ਨੱਕੋ ਨੱਕ ਹੋ ਗਿਆ, ਮਜਬੂਰ ਹੋ ਚੁੱਕਿਆ ਹੈ। ਮਹਿੰਗਾਈ ਦਾ ਜਿਹੜਾ ਇਹ ਮਸਲਾ ਹੈ, ਇਹਨੂੰ ਹਕੂਮਤੇ ਵਕਤ ਨੂੰ ਚਾਹੀਦਾ ਹੈ ਕਿ ਇਹਨੂੰ ਜਿਹੜਾ ਡਿਸਕਸ ਕਰੇ, ਜੋ ਵੀ ਆਪਣੇ ਉਸ ਮਸ਼ੀਨਰੀ ਨੂੰ ਇਸਤੇਮਾਲ ਕਰਕੇ
ਇਹਨੂੰ ਕੰਟਰੋਲ ਕੀਤਾ ਜਾਵੇ ਔਰ ਇਹਦੀ ਜੜ ਜਿਹੜੀ ਹੈ ਉਹਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਾਏ। ਦੇਖੋ ਜਦੋਂ ਤੱਕ ਕਿਸੇ ਮਸਲੇ ਦੀ ਜੜ ਨੂੰ ਨਹੀਂ ਫੜਿਆ ਜਾਏਗਾ, ਉਹਨੂੰ ਖਤਮ ਨਹੀਂ ਕੀਤਾ ਜਾਏਗਾ, ਉਤਨੇ ਤੱਕ ਮਸਲਾ ਹੱਲ ਨਹੀਂ ਹੋਏਗਾ। ਵਕਤੀ ਤੌਰ ਤੇ ਕੰਟਰੋਲ ਹੋਏਗਾ, ਫਿਰ ਉਹ ਕੰਮ ਸ਼ੁਰੂ ਹੋ ਜਾਏਗਾ। ਲਿਹਾਜ਼ਾ ਮਸਲੇ ਦੀ ਜੜ ਨੂੰ ਫੜਨਾ ਚਾਹੀਦਾ ਹੈ ਕਿ ਇਹ ਮਸਲਾ ਹਰ ਚੌਥੇ ਦਿਨ ਪੈਦਾ ਕਿਉਂ ਹੋ ਜਾਂਦਾ ਹੈ। ਹਰ ਚੌਥੇ ਦਿਨ ਮਸਨੂਈ ਕਿਸਮ ਦੀ ਮਹਿੰਗਾਈ, ਮਸਨੂਈ ਕਿਸਮ ਦੀ ਕਿੱਲਤ ਸ਼ਈਆਂ ਦੀ ਕਿਉਂ ਹੋ ਜਾਂਦੀ ਹੈ, ਇਹਨੂੰ ਲਾਜ਼ਮੀ ਵੇਖਣਾ ਚਾਹੀਦਾ ਹੈ। ਅਦਰਵਾਈਜ਼ ਇਤਨਾ ਤੇ ਤੁਸੀਂ ਬੜੀ ਅੱਛੀ ਤਰ੍ਹਾਂ ਜਾਣਦੇ ਹੋ ਕਿ ਸਾਡੇ ਮੁਲਕ ਦੇ ਵਿੱਚ ਪੈਸੇ ਵਾਲੇ ਬੰਦੇ ਇਤਨੋਂ ਸਾਰੇ ਨੇ ਤੇ ਗਰੀਬ ਤੇ ਮਤਵਸਤ ਇਤਨੇ ਸਾਰੇ ਨੇ, ਤੇ ਫਿਰ ਇਤਨੇ ਸਾਰੇ ਜਿਸ ਵੇਲੇ ਪਰੇਸ਼ਾਨ ਹੋਣਗੇ ਤੇ ਫਿਰ ਸਾਡਾ ਮਾਸ਼ਰਾ ਤੇ ਸਾਡਾ ਮੁਲਕ ਤਰੱਕੀ ਕਿਸ ਤਰ੍ਹਾਂ ਕਰੇਗਾ। ਲਿਹਾਜ਼ਾ ਇਹਦੇ ਬਾਰੇ ਸਾਨੂੰ ਜ਼ਰੂਰ ਸੋਚਣਾ ਚਾਹੀਦਾ ਹੈ। ਹੁਕੂਮਤੇ ਵਕਤ ਨੂੰ ਵੀ ਸੋਚਣਾ ਚਾਹੀਦਾ ਹੈ ਔਰ ਇਨਫਰਾਦੀ ਸਤਹ ਉੱਤੇ ਵੀ ਸਾਨੂੰ ਸੋਚਣਾ ਚਾਹੀਦਾ ਹੈ। ਜਿਹੜੇ ਕਿੱਲਤ ਪੈਦਾ ਕਰਦੇ ਨੇ ਜਾਂ ਜਿਹੜੇ ਸਟਾਕ ਕਰਦੇ ਨੇ ਉਹਨਾਂ ਨੂੰ ਇਹਦੇ ਬਾਰੇ 'ਚ ਸੋਚਣਾ ਚਾਹੀਦਾ। ਇਹਦੇ ਨਾਲ ਹੀ ਅੱਜ ਦੇ ਵਲਾਗ ਦੇ ਵਿੱਚੋਂ ਸਫਤਰ ਇਕਬਾਲ ਵੜੈਚ ਨੂੰ ਇਜਾਜ਼ਤ ਦਿਓ। ਹਾਂ, ਉਸ ਤੋਂ ਪਹਿਲੇ ਇੱਕ ਗੱਲ ਹੋਰ, ਉਹ ਇੱਕ ਗੱਲ ਬੜੀ ਜ਼ਰੂਰੀ ਹੈ। ਉਹ ਕੀ, ਸਾਡੀਆਂ ਇਹ ਕੋਈ ਮਾੜੀਆਂ ਚੰਗੀਆਂ ਗੱਲਾਂ ਇਹ ਵਲਾਗ ਤੁਹਾਨੂੰ ਪਸੰਦ ਆਇਆ ਹੈ ਤੇ ਫਿਰ ਵਲਾਗਸ ਆਪ ਵੜੈਚ ਨੂੰ ਸਬਸਕ੍ਰਾਈਬ ਕਰ ਦਿਓ ਤੇ ਬੈਲ ਆਈਕਨ ਜਿਹੜੀ ਹੈ ਉਹਨੂੰ ਵੀ ਪ੍ਰੈਸ ਕਰ ਦਿਓ ਤੇ ਨਾਲੇ ਇਹਨੂੰ ਆਪਣੇ ਦੋਸਤਾਂ ਵਿੱਚ ਸ਼ੇਅਰ ਵੀ ਕਰਿਆ ਜੇ ਤੇ ਲਾਈਕ ਵੀ ਕਰਿਆ ਜੇ। ਅੱਲਾ ਹਾਫਿਜ਼।